TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। 31 ਅਗਸਤ ਤੋਂ 에ਅਰ ਇੰਡੀਆ ਦੀ ਵੈਨਕੂਵਰ ਤੋਂ ਦਿੱਲੀ ਲਈ ਹੋਵੇਗੀ ਰੋਜ਼ਾਨਾ ਉਡਾਨ। ਅਫਗਾਨਿਸਤਾਨ ਤੋਂ ਭਾਰਤ ਆਈ ਸਿੱਖ ਬੀਬੀ ਦੀ ਦਰਦਨਾਕ ਦਾਸਤਾਨ। ਮੂਸੇਵਾਲਾ ਕਤਲ ਕਾਂਡ ਵਿੱਚ ਪੁਲਿਸ ਦਾ ਵੱਡਾ ਖੁਲਾਸਾ। ਪੰਜਾਬ ਸਰਕਾਰ ਖਿਲਾਫ ਡਾਕਟਰਾਂ ਨੇ ਖੋਲ੍ਹਿਆ ਮੋਰਚਾ ਅਤੇ ਸਰਕਾਰ ਨੂੰ ਦਿੱਤਾ ਅਲਟੀਮੇਟਮ। ਵਿਧਾਇਕ ਬਲਕਾਰ ਸਿੱਧੂ ਨੇ ਥਾਣੇਦਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਫੜਿਆ ਅਤੇ ਬੈਂਕ ਵਿੱਚ ਡਾਕਾ ਮਾਰਨ ਵਾਲਿਆਂ ਦੇ ਪੁਲਿਸ ਹੱਥ ਲੱਗੇ ਸਬੂਤ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਦੋਸਤੋ, ਕੋਈ ਸਮਾਂ ਹੁੰਦਾ ਸੀ ਲੋਹੜੀ ਦੇ ਸੀਜ਼ਨ ਮੌਕੇ, ਦੀਵਾਲੀ ਦੇ ਸੀਜ਼ਨ ਮੌਕੇ ਜਾਂ ਫਿਰ ਨਵੇਂ ਸਾਲ ਜਾਂ ਕ੍ਰਿਸਮਸ ਦੇ ਨੇੜ ਤੇੜ ਲੋਕ ਆਮ ਸਫ਼ਰ ਕਰਦੇ ਸਨ, ਭਾਵੇਂ ਛੁੱਟੀਆਂ ਕੱਟਣ ਜਾਂਦੇ ਸੀ ਤੇ ਭਾਵੇਂ ਕਿਸੇ ਹੋਰ ਕੰਮਕਾਰ ਦੇ ਲਈ। ਪਰ ਹੁਣ ਤਕਰੀਬਨ ਸਾਰਾ ਸਾਲ ਆਵਾਜਾਈ ਲੱਗੀ ਰਹਿੰਦੀ ਹੈ। ਕੋਈ ਇਹ ਵੀ ਵੇਲਾ ਸੀ ਕਦੇ ਵੈਨਕੂਵਰ ਤੋਂ ਦਿੱਲੀ ਦੀਆਂ ਸਿੱਧੀਆਂ ਉਡਾਨਾਂ ਨਹੀਂ ਸੀ ਹੁੰਦੀਆਂ। ਸਭ ਤੋਂ ਪਹਿਲਾਂ 에ਅਰ ਕੈਨੇਡਾ ਨੇ ਇੰਜ ਕੀਤਾ ਤੇ ਉਹਦੇ ਤੋਂ ਬਾਅਦ ਹੁਣ ਸਿੱਧੀ ਜੇਕਰ ਡਾਇਰੈਕਟ ਫਲਾਈਟ ਚੱਲਦੀ ਹੈ 에ਅਰ ਕੈਨੇਡਾ ਦੇ ਨਾਲ ਫਿਰ 에ਅਰ ਇੰਡੀਆ ਨੇ ਵੀ ਇਹ ਤਜਰਬਾ ਕੀਤਾ ਤੇ ਹੁਣ ਜਾਣਕਾਰੀ ਮਿਲੀ ਹੈ ਕਿ 에ਅਰ ਇੰਡੀਆ 31 ਅਗਸਤ ਤੋਂ ਦਿੱਲੀ ਤੋਂ ਵੈਨਕੂਵਰ ਅਤੇ ਵੈਨਕੂਵਰ ਤੋਂ ਦਿੱਲੀ ਵਿਚਕਾਰ ਜਿਹੜੀ ਉਡਾਨ ਹੈ ਉਹਨੂੰ ਰੋਜ਼ਾਨਾ ਸ਼ੁਰੂ ਕਰਨ ਜਾ ਰਹੀ ਹੈ। 에ਅਰ ਇੰਡੀਆ ਨੇ ਦੱਸਿਆ ਕਿ ਉਹਨਾਂ ਨੇ ਜਿਹੜੇ 10 ਵੱਡੇ ਜਹਾਜ਼ ਨੇ ਅਗਲੇ ਵਰ੍ਹੇ ਦੇ ਸ਼ੁਰੂ ਦੇ ਵਿੱਚ ਮੁੜ ਤੋਂ ਉਡਾਨਾਂ ਭਰਨੀਆਂ ਸ਼ੁਰੂ ਕਰ ਦੇਣਗੇ। ਇਹਨਾਂ ਜਹਾਜ਼ਾਂ ਦੇ ਜਿਹੜੇ ਫਿਊਲ ਟੈਂਕ ਹੈ ਉਹ ਵੱਡੇ ਹੈ। ਫਿਊਲ ਟੈਂਕ ਵੱਡੇ ਹੋਣ ਦੇ ਕਾਰਨ ਅਮਰੀਕਾ ਤੇ ਕੈਨੇਡਾ ਵਰਗੇ ਜਿਹੜੇ ਲੰਬੇ ਸਫ਼ਰ ਨੇ ਉਹਨਾਂ ਵਾਸਤੇ ਇਹਨਾਂ ਜਹਾਜ਼ਾਂ ਦੀ ਉਹ ਕਹਿੰਦੇ ਵਰਤੋਂ ਕੀਤੀ ਜਾ ਸਕਦੀ ਹੈ। 에ਅਰ ਇੰਡੀਆ ਦੇ ਬਿਆਨ ਦੇ ਅਨੁਸਾਰ ਉਹਨਾਂ ਦੇ ਬੇੜੇ ਵਿੱਚ 43 ਵੱਡੇ ਜਹਾਜ਼ ਨੇ। ਇਹਨਾਂ ਵਿੱਚੋਂ 33 ਇਸ ਵਕਤ ਉਡਾਨਾਂ ਭਰ ਰਹੇ ਹੈ। ਦੱਸਣਾ ਬਣਦਾ ਕਿ ਇਸ ਸਮੇਂ ਦਿੱਲੀ ਤੋਂ ਵੈਨਕੂਵਰ ਅਤੇ ਵੈਨਕੂਵਰ ਤੋਂ ਦਿੱਲੀ ਦੇ ਵਿਚਕਾਰ ਹਫ਼ਤੇ ਦੇ ਵਿੱਚ ਸਿਰਫ 3 ਦਿਨ ਉਡਾਨ ਭਰੀ ਜਾਂਦੀ ਹੈ। ਇੱਥੇ ਮੈਂ ਇਹ ਵੀ ਦੱਸ ਦਿਆਂ ਕਿ ਜਦੋਂ 에ਅਰ ਇੰਡੀਆ ਬੰਬ ਧਮਾਕਾ ਹੋਇਆ ਸੀ 1985 ਤੋਂ ਬਾਅਦ ਲੰਬੇ ਸਮੇਂ ਤੱਕ ਵੈਨਕੂਵਰ ਤੋਂ 에ਅਰ ਇੰਡੀਆ ਦੀ ਉਡਾਨ ਨਾ ਆਉਂਦੀ ਸੀ ਨਾ ਜਾਂਦੀ ਸੀ। ਪਰ ਜਦ ਤੋਂ ਇਹ ਦੁਬਾਰਾ ਸ਼ੁਰੂ ਕੀਤੀ ਗਈ ਹੈ ਭਰਮਾ ਹੁੰਗਾਰਾ ਮਿਲਿਆ। ਭਰਮੇ ਹੁੰਗਾਰੇ ਦੇ ਕਾਰਨ ਕਿਉਂਕਿ ਬੁਕਿੰਗ ਬੇਹਿਸਾਬੀ ਹੋਣ ਲੱਗ ਪਈ ਹੈ, ਮੁਸਾਫਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਡਿਮਾਂਡ ਲਗਾਤਾਰ ਵਧ ਰਹੀ ਹੈ। ਉਸ ਡਿਮਾਂਡ ਦੇ ਹਿਸਾਬ ਦੇ ਨਾਲ ਹੁਣ ਸਪਲਾਈ ਵਧਾਈ ਜਾ ਰਹੀ ਹੈ। ਹਫ਼ਤੇ ਦੇ ਵਿੱਚ 3 ਦਿਨ ਦੀ ਬਜਾਏ ਹੁਣ ਇਹ ਉਡਾਨ ਰੋਜ਼ਾਨਾ ਹੋਇਆ ਕਰੇਗੀ ਅਤੇ ਸੱਚਮੁੱਚ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਡਾਇਰੈਕਟ ਫਲਾਈਟ ਦਾ ਫਾਇਦਾ ਉਠਾਉਣਾ ਚਾਹੁੰਦੇ ਸੀ, ਪਰ ਹਫ਼ਤੇ 'ਚ 3 ਦਿਨ ਉਡਾਨ ਹੋਣ ਦੇ ਕਾਰਨ ਉਹਨਾਂ ਨੂੰ ਕਈ ਵਾਰੀ ਬਦਲਵੇਂ ਰੂਟ ਅਖਤਿਆਰ ਕਰਨੇ ਪੈਂਦੇ ਸਨ। ਇਹ ਵੈਨਕੂਵਰ ਤੋਂ ਦਿੱਲੀ ਅਤੇ ਦਿੱਲੀ ਤੋਂ ਵੈਨਕੂਵਰ ਆਉਣ ਵਾਲਿਆਂ ਵਾਸਤੇ ਚੰਗੀ ਅਤੇ ਰਾਹਤ ਭਰੀ ਖਬਰ ਹੈ। ਅਗਲੀ ਜਿਹੜੀ ਖਬਰ ਹੈ, ਅਫਗਾਨਿਸਤਾਨ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਬੀਤੇ ਵਰੇ ਅਗਸਤ ਮਹੀਨਾ ਸੀ ਜਦੋਂ ਉੱਥੇ ਸੱਤਾ ਦਾ ਤਬਾਦਲਾ ਹੋਇਆ। ਤਾਲਿਬਾਨਾਂ ਨੇ ਬੜੇ ਸਬਜ਼-ਬਾਗ ਦਿਖਾਏ ਸੀ ਕਿ ਹੁਣ ਅਸੀਂ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਨਹੀਂ ਢਾਹਾਂਗੇ, ਔਰਤਾਂ ਦੇ ਉੱਤੇ ਕਿਸ ਤਰ੍ਹਾਂ ਦੀ ਪਾਬੰਦੀ ਨਹੀਂ ਹੋਏਗੀ, ਉਹਨਾਂ ਨੂੰ ਸਿੱਖਿਆ ਦਾ ਅਧਿਕਾਰ ਹੋਏਗਾ, ਉਹ ਆਪਣੀ ਮਰਜ਼ੀ ਕਰ ਸਕਿਆ ਕਰਨਗੀਆਂ। ਪਰ ਸਥਿਤੀ ਦੇ ਵਿੱਚ ਕੋਈ ਬਹੁਤਾ ਫਰਕ ਨਜ਼ਰ ਨਹੀਂ ਆ ਰਿਹਾ। ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ 2 ਬੱਚਿਆਂ ਦੀ ਮਾਂ ਮਨਪ੍ਰੀਤ ਕੌਰ ਕਾਬਲ ਤੋਂ ਉਹਨੇ ਦੱਸਿਆ ਕਿ ਆਪਣਾ ਘਰ ਛੱਡਿਆ। ਘਰ ਤਾਂ ਛੱਡਣਾ ਪਿਆ। ਹੁਣ ਪਰਦੇਸੀਆਂ ਨੂੰ ਪੁੱਛੋ ਕਿ ਘਰ ਛੱਡਣੇ ਔਖੇ ਕਿੰਨੇ ਹੁੰਦੇ ਨੇ। ਕਹਿੰਦੇ ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ। ਉਹ ਕਹਿੰਦੇ ਸ਼ਾਇਦ ਹੀ ਕਦੇ ਬਾਹਰ ਅਸੀਂ ਕਦਮ ਰੱਖਿਆ ਹੋਵੇ ਅਫਗਾਨਿਸਤਾਨ ਦੇ ਵਿੱਚ, ਕਾਬਲ ਦੇ ਵਿੱਚ ਆਪਣੇ ਘਰ ਤੋਂ। ਜਦੋਂ ਬੱਚਿਆਂ ਦੇ ਬਾਬਤ ਪੁੱਛਿਆ ਕਿ ਬੱਚੇ ਪੜ੍ਹਦੇ ਸੀ, ਉਹ ਕਹਿੰਦੇ ਬੱਚਿਆਂ ਨੂੰ ਬਾਹਰਲੀ ਦੁਨੀਆ ਬਾਰੇ ਕੋਈ ਜਾਣਕਾਰੀ ਨਹੀਂ ਸੀ। ਮਨਪ੍ਰੀਤ ਕੌਰ ਅਤੇ ਉਹਨਾਂ ਦੇ ਪਰਿਵਾਰ ਦੀ ਦੁਨੀਆ 3 ਅਗਸਤ 2022 ਨੂੰ ਉਸ ਸਮੇਂ ਬਦਲੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਡੀਅਨ ਵਰਲਡ ਫੋਰਮ ਅਤੇ ਕੇਂਦਰ ਸਰਕਾਰ ਦੀ ਮਦਦ ਦੇ ਨਾਲ 28 ਅਫਗਾਨਿਸਤਾਨ ਤੋਂ ਸਿੱਖਾਂ ਦਾ ਇੱਕ ਗਰੁੱਪ ਭਾਰਤ ਪਹੁੰਚਦਾ ਹੈ।
ਹੋਰਨਾਂ ਨੇ ਵੀ ਆਪਣੇ ਦੁੱਖ ਪ੍ਰਗਟਾਏ ਨੇ, ਜਿਹੜੇ ਬੀਤੇ ਸਮੇਂ ਦੇ ਵਿੱਚ ਵੀ, ਭਾਵੇਂ ਉਹ ਕੈਨੇਡਾ ਆਏ, ਅਮਰੀਕਾ ਆਏ, ਇੰਡੀਆ ਆਏ, ਉਹਨਾਂ ਨੇ ਵੀ ਆਪੋ ਆਪਣੇ ਦੁੱਖ ਸਮੇਂ-ਸਮੇਂ ਤੇ ਸਾਂਝੇ ਕੀਤੇ। ਪਰ ਮਨਪ੍ਰੀਤ ਕੌਰ ਨੇ ਆਪਣਾ ਦੁੱਖ ਸੁਣਾਉਂਦਿਆਂ ਕਿਹਾ ਕਿ ਘੱਟ ਗਿਣਤੀ ਹੋਣ ਕਾਰਨ ਅਕਸਰ ਨਿਸ਼ਾਨਾ ਬਣਾਏ ਜਾਣ ਦਾ ਖਤਰਾ ਰਹਿੰਦਾ। ਕਾਬਲ ਦੇ ਵਿੱਚ ਸਿੱਖ ਅਤੇ ਹਿੰਦੂ ਪਰਿਵਾਰ ਰਾਤ ਨੂੰ ਚੈਨ ਦੀ ਨੀਂਦ ਨਹੀਂ ਸੌਂ ਸਕਦੇ। ਕਹਿੰਦੀ ਜਿਹੜੇ ਉਹਨਾਂ ਦੇ ਧਾਰਮਿਕ ਸਥਾਨ ਨੇ ਉਹ ਵੀ ਸੁਰੱਖਿਅਤ ਨਹੀਂ ਹੈ। ਗੁਰਦੁਆਰਾ ਕਰਤਾ ਪ੍ਰਵਾਨ ਤੇ 18 ਜੂਨ ਨੂੰ ਅਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ ਤੇ ਇੱਕ ਵਾਰ ਨਹੀਂ ਕਈ ਵਾਰੀ ਹਮਲਾ ਉੱਥੇ ਹੋ ਚੁੱਕਿਆ ਹੈ। ਮਨਪ੍ਰੀਤ ਨੇ ਦੱਸਿਆ ਕਿ ਸਾਨੂੰ ਆਪਣੇ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਇੱਕ ਵਾਰ ਨਹੀਂ ਅਨੇਕਾਂ ਵਾਰ ਸੋਚਣਾ ਪੈਂਦਾ ਸੀ। ਸਾਡੇ ਬੱਚਿਆਂ ਦੇ ਘਰ ਤੋਂ ਬਾਹਰ ਨਿਕਲਣ ਦਾ ਤਾਂ ਕਹਿੰਦੀ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਜੇਕਰ ਸਾਨੂੰ ਨਿਕਲਣਾ ਹੁੰਦਾ ਸੀ ਤਾਂ ਅਸੀਂ ਆਪਣੇ ਚਿਹਰੇ ਕੱਜ ਲੈਂਦੀਆਂ ਸੀ, ਆਪਣੇ ਚਿਹਰੇ ਢੱਕਦੀਆਂ ਸੀ। ਉਹਨਾਂ ਦਾਅਵਾ ਕੀਤਾ ਕਿ ਅਫਗਾਨਿਸਤਾਨ ਦੇ ਵਿੱਚ ਜ਼ਿਆਦਾਤਰ ਘੱਟ ਗਿਣਤੀ ਲੋਕ ਜਿਹੜੇ ਰਹਿੰਦੇ ਨੇ, ਸਿੱਖਿਆ ਪ੍ਰਾਪਤ ਕਰਨੀ ਉਹਨਾਂ ਵਾਸਤੇ ਜ਼ੋਖਮ ਹੈ। ਉਹ ਕਹਿੰਦੇ ਬੱਚਿਆਂ ਨੂੰ ਸਕੂਲ ਭੇਜਣ ਦਾ ਮਤਲਬ ਖਤਰਾ ਮੁੱਲ ਲੈਣਾ, ਜ਼ਿੰਦਗੀਆਂ ਨੂੰ ਖਤਰੇ 'ਚ ਪਾਉਣਾ। ਉਹ ਕਹਿੰਦੇ ਜੇਕਰ ਕੋਈ ਬੱਚਾ ਕਿਸੇ ਸਿੱਖਿਅਕ ਸੰਸਥਾ ਵਿੱਚ ਚਲਿਆ ਵੀ ਜਾਂਦਾ ਹੈ, ਵਿਦਿਅਕ ਸੰਸਥਾ ਵਿੱਚ ਭੇਜ ਵੀ ਦਿੱਤਾ ਜਾਂਦਾ ਹੈ, ਤਾਂ ਉੱਥੇ ਨੂੰ ਤੰਗ ਕੀਤਾ ਜਾਂਦਾ, ਪਰੇਸ਼ਾਨ ਕੀਤਾ ਜਾਂਦਾ। ਜੇ ਲੋਕ ਪੜ੍ਹਨਾ ਚਾਹੁੰਦੇ ਨੇ ਤਾਂ ਉਹਨਾਂ ਵਿੱਚੋਂ ਬਹੁ ਗਿਣਤੀ ਭਾਰਤ ਆ ਰਹੇ ਨੇ। ਤੇ ਇਸ ਕਰਕੇ ਭਾਰਤ ਸਰਕਾਰ ਨੂੰ, ਕੈਨੇਡਾ ਸਰਕਾਰ ਨੂੰ, ਜਿਹੜੀਆਂ ਹੋਰ ਸਰਕਾਰਾਂ ਨੇ, ਜਿਹੜੇ ਕੁਝ ਸਮਾਜਿਕ ਕਾਰਕੁਨ ਨੇ, ਉਹ ਉਮੀਦ ਕਰ ਰਹੇ ਹੈ ਤੇ ਅਪੀਲ ਵੀ ਕਰ ਰਹੇ ਹੈ ਕਿ ਵੱਖੋ-ਵੱਖ ਮੁਲਕਾਂ ਦੀਆਂ ਸਰਕਾਰਾਂ ਉੱਥੇ ਘੱਟ ਗਿਣਤੀਆਂ ਦੀ ਬਾਂਹ ਫੜਨਗੀਆਂ ਅਤੇ ਉਹਨਾਂ ਨੂੰ ਅਫਗਾਨਿਸਤਾਨ ਦੇ ਵਿੱਚੋਂ ਬਾਹਰ ਕੱਢਿਆ ਜਾਏਗਾ। ਪਰ ਇਹ ਸੋਚ ਕੇ ਦੇਖੋ ਕਿ ਜੇਕਰ ਤੁਸੀਂ ਆਪਣੇ ਬੱਚੇ ਨੂੰ ਸਕੂਲ ਨਾ ਭੇਜ ਸਕਦੇ ਹੋਵੋ, ਆਪਣੇ ਘਰ ਤੋਂ ਬਾਹਰ ਪੈਰ ਨਾ ਰੱਖ ਸਕਦੇ ਹੋਵੋ, ਤੇ ਜ਼ਿੰਦਗੀ ਕਿਹੋ ਜਿਹੀ ਹੋਏਗੀ। ਤੇ ਅਗਲੀ ਜਿਹੜੀ ਖਬਰ ਹੈ ਉਹ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਨਾਲ ਸੰਬੰਧਿਤ ਹੈ। ਸੰਖੇਪ ਦੇ ਵਿੱਚ ਇਸ ਖਬਰ ਦਾ ਜ਼ਿਕਰ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਵੀ ਕੀਤਾ ਗਿਆ ਸੀ। ਅਸਲ ਦੇ ਵਿੱਚ ਇਸ ਕਤਲ ਕੇਸ ਦੇ ਵਿੱਚ ਇੱਕ ਅਹਿਮ ਤੇ ਵੱਡਾ ਖੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਦੇ ਵਿੱਚ ਸੰਬੰਧਿਤ ਸਨ ਗੈਂਗਸਟਰ ਮਨਪ੍ਰੀਤ ਮੰਨਾ ਅਤੇ ਜਗਰੂਪ ਰੂਪਾ। ਉਹਨਾਂ ਦੇ ਕੋਲੋਂ ਹਥਿਆਰ ਜਿਹੜੇ ਮਿਲੇ ਸਨ, ਉਹਨਾਂ ਦੇ ਪੁਲਿਸ ਮੁਕਾਬਲੇ ਤੋਂ ਬਾਅਦ ਫੋਰੈਂਸਿਕ ਜਾਂਚ ਦੇ ਵਿੱਚ ਭੇਜੇ ਗਏ ਸੀ। ਫੋਰੈਂਸਿਕ ਜਾਂਚ ਦੇ ਵਿੱਚੋਂ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਜਿਹੜੇ ਮਨੂ ਕੁੱਸਾ ਤੇ ਰੂਪਾ ਦੇ ਕੋਲੋਂ ਹਥਿਆਰ ਬਰਾਮਦ ਹੋਏ ਸੀ, ਅਸਲ ਦੇ ਵਿੱਚ ਉਹ ਹਥਿਆਰ ਮੂਸੇਵਾਲੇ ਦੇ ਕਤਲ ਕਾਂਡ ਦੇ ਵਿੱਚ ਵੀ ਵਰਤੇ ਗਏ ਸਨ। ਤੁਹਾਨੂੰ ਯਾਦ ਹੋਣਾ ਹੈ ਕਿ ਅੰਮ੍ਰਿਤਸਰ ਦੇ ਅਟਾਰੀ ਸਰਹੱਦ ਦੇ ਨੇੜੇ ਇਹ ਪੁਲਿਸ ਮੁਕਾਬਲਾ ਹੋਇਆ ਸੀ। ਉਸ ਪੁਲਿਸ ਮੁਕਾਬਲੇ ਤੋਂ ਬਾਅਦ ਪੁਲਿਸ ਨੂੰ AK-47 ਅਤੇ 9mm ਦੇ ਪਿਸਤੌਲ ਮਿਲਿਆ ਸੀ। ਇਹਦੇ ਤੋਂ ਬਾਅਦ ਅਧਿਕਾਰੀਆਂ ਨੇ ਆਖਿਆ ਸੀ ਕਿ ਫੋਰੈਂਸਿਕ ਰਿਪੋਰਟ ਜਿੰਨੀ ਦੇਰ ਤੱਕ ਆਉਂਦੀ ਨਹੀਂ, ਉਨੀ ਦੇਰ ਤੱਕ ਅਸੀਂ ਪੁਸ਼ਟੀ ਨਹੀਂ ਕਰ ਸਕਾਂਗੇ ਕਿ ਇਹੋ ਹੀ ਹਥਿਆਰ ਮੂਸੇਵਾਲੇ ਦੇ ਕਤਲ ਕਾਂਡ ਲਈ ਵਰਤੇ ਗਏ ਸਨ ਜਾਂ ਫਿਰ ਨਹੀਂ। ਹੁਣ ਰਿਪੋਰਟ ਆ ਗਈ ਹੈ। ਰਿਪੋਰਟ ਤੋਂ ਸਾਫ਼ ਹੋ ਗਿਆ ਕਿ ਇਹ ਉਹੀ ਹਥਿਆਰ ਸੀ ਜਿਨ੍ਹਾਂ ਦੇ ਨਾਲ ਮੂਸੇਵਾਲੇ ਦਾ ਕਤਲ ਕੀਤਾ ਗਿਆ। ਮੂਸੇਵਾਲੇ ਦੇ ਕਤਲ ਲਈ ਜਿਹੜੇ ਹਥਿਆਰ ਸਨ, ਕੈਨੇਡਾ ਰਹਿੰਦੇ ਗੋਲਡੀ ਬਰਾੜ ਦੇ ਵੱਲੋਂ ਮੁਹੱਈਆ ਕਰਵਾਏ ਗਏ ਸੀ। ਮੂਸੇਵਾਲੇ ਦੇ ਕਤਲ ਤੋਂ ਬਾਅਦ ਪਿਰਿਆਵਰਤ ਫੌਜੀ ਅੰਕਿਤ ਸ਼ੇਰਸ਼ਾਹ ਤੇ ਕਸ਼ਿਸ਼, ਉਹਨਾਂ ਕੋਲ ਵੀ ਹਥਿਆਰ ਸਨ। ਉਹ ਦੱਸਣਾ ਬਣਦਾ ਕਿ ਦਿੱਲੀ ਪੁਲਿਸ ਨੇ ਪਹਿਲਾਂ ਹੀ ਬਰਾਮਦ ਕਰ ਲਏ ਸੀ। ਦੱਸਣਾ ਬਣਦਾ ਕਿ ਮੂਸੇਵਾਲੇ ਦਾ ਕਤਲ 29 ਮਈ ਦੀ ਸ਼ਾਮ ਪਿੰਡ ਜਵਾਹਰਕੇ ਦੇ ਵਿੱਚ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਤੇ ਉਸ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਰਹਿੰਦੇ ਗੋਲਡੀ ਬਰਾੜ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇੱਕ ਫੇਸਬੁੱਕ ਪੋਸਟ ਪਾ ਕੇ ਲੈ ਲਈ ਸੀ। ਉਹਨਾਂ ਨੇ ਲਿਖਿਆ ਸੀ ਕਿ ਅਸੀਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਲੈ ਲਿਆ। ਇਸ ਕਤਲੇਆਮ ਨੂੰ ਸੁਲਝਾਉਣ ਦੇ ਵਾਸਤੇ ਪੰਜਾਬ ਤੋਂ ਇਲਾਵਾ ਦਿੱਲੀ, ਹਰਿਆਣਾ, ਰਾਜਸਥਾਨ, ਇਹ ਸਾਰੀਆਂ ਜਿਹੜੀਆਂ ਪੁਲਿਸ ਫੋਰਸਿਸ ਨੇ ਇੱਕ ਦੂਸਰੇ ਨਾਲ ਤਾਲਮੇਲ ਕਰਕੇ ਇਹ ਕਾਰਵਾਈਆਂ ਅੱਗੇ ਪਾ ਰਹੀਆਂ ਨੇ। ਕਤਲੇਆਮ ਦੇ ਵਿੱਚ ਸ਼ਾਮਲ 6 ਸ਼ੂਟਰਾਂ ਦੇ ਵਿੱਚੋਂ 3 ਨੂੰ ਦਿੱਲੀ ਪੁਲਿਸ ਦੇ ਸੈੱਲ ਨੇ ਫੜਿਆ ਸੀ, ਜਦੋਂ ਕਿ 2 ਜਿਹੜੇ ਸ਼ੂਟਰ ਸਨ, ਜਗਰੂਪ ਰੂਪਾ ਤੇ ਮਨੂ ਕੁੱਸਾ, ਪੰਜਾਬ ਪੁਲਿਸ ਨਾਲ ਮੁਕਾਬਲੇ ਦੇ ਵਿੱਚ ਹਲਾਕ ਹੋ ਗਏ ਸਨ। ਇਸ ਮਾਮਲੇ ਦੇ ਵਿੱਚ ਦੋਸ਼ੀ ਗੈਂਗਸਟਰ ਦੀਪਕ ਮੁੰਡੀ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ। ਪੰਜਾਬ ਪੁਲਿਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੀ ਪੁਲਿਸ ਵੀ ਮੁੰਡੀ ਨੂੰ ਫੜਨ ਲਈ ਯਤਨਸ਼ੀਲ ਹੈ। ਪੰਜਾਬ ਪੁਲਿਸ ਹੁਣ ਤੱਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਮਦਦ ਕਰਨ ਵਾਲੇ 20 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਕਤਲ ਨੂੰ ਅੰਜਾਮ ਦੇਣ ਲਈ ਜੇਲ੍ਹਾਂ ਦੇ ਵਿੱਚ ਬੰਦ ਗੈਂਗਸਟਰਾਂ ਦੀ ਮਿਲੀ ਭੁਗਤ ਵੀ ਸਾਹਮਣੇ ਆਈ ਸੀ। ਪੁਲਿਸ ਨੇ 10 ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਗੈਂਗਸਟਰਾਂ ਨੂੰ ਵੀ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ, ਰਿਮਾਂਡ ਤੇ ਲਿਆ ਸੀ। ਪੰਜਾਬ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਇੱਕ ਸਿੱਟ ਬਣਾਈ ਹੋਈ ਹੈ ਅਤੇ ਇਹ ਟੀਮ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਅਧੀਨ ਕੰਮ ਕਰ ਰਹੀ ਹੈ। ਕਿਉਂਕਿ ਜਦੋਂ ਮੂਸੇਵਾਲੇ ਦਾ ਕਤਲ ਹੋਇਆ ਸੀ, ਪਹਿਲਾਂ ਆਖਿਆ ਜਾ ਰਿਹਾ ਸੀ ਕਿ ਸ਼ਾਇਦ AN-94 ਦੀ ਵਰਤੋਂ ਕੀਤੀ ਗਈ, ਪਰ ਬਾਅਦ ਦੇ ਵਿੱਚ ਆਖਿਆ ਗਿਆ ਸੀ ਕਿ ਫੋਰੈਂਸਿਕ ਲੈਬ ਦੇ ਵਿੱਚ
ਉਹ ਖਾਲੀ ਖੋਲ ਭੇਜੇ ਗਏ ਆ, ਖੋਖੇ ਭੇਜੇ ਗਏ ਆ, ਜਿੱਥੋਂ ਪਤਾ ਲੱਗਿਆ ਸੀ ਕਿ AK-47 ਵਰਤੀ ਗਈ। ਪਰ ਫਿਰ ਇਹਨਾਂ ਹਥਿਆਰਾਂ ਦਾ ਬਰਾਮਦ ਹੋਣਾ ਬੜਾ ਲਾਜ਼ਮੀ ਸੀ, ਕਿਉਂਕਿ ਜਿੰਨੀ ਦੇਰ ਤੱਕ ਹਥਿਆਰ ਬਰਾਮਦ ਨਹੀਂ ਸੀ ਹੋ ਸਕਦੇ, ਉਨੀ ਦੇਰ ਤੱਕ ਦੋਸ਼ੀਆਂ ਨੂੰ ਬਣਦੀ ਸਜ਼ਾ ਦੇ ਅੰਜਾਮ ਤੱਕ ਪਹੁੰਚਾਇਆ ਨਹੀਂ ਸੀ ਜਾ ਸਕਦਾ। ਕੁਝ ਹਥਿਆਰ ਦਿੱਲੀ ਪੁਲਿਸ ਵੱਲੋਂ ਪਹਿਲਾਂ ਬਰਾਮਦ ਕਰ ਲਏ ਗਏ ਸੀ, ਤੇ ਦੂਸਰੇ ਜਿਹੜਾ ਪੁਲਿਸ ਮੁਕਾਬਲਾ ਹੋਇਆ ਸੀ ਉਹਦੇ ਤੋਂ ਬਾਅਦ ਜਿਹੜੇ ਹਥਿਆਰ ਮਿਲੇ ਨੇ, ਫੋਰੈਂਸਿਕ ਰਿਪੋਰਟ ਜਿਹੜੀ ਆਈ ਹੈ ਜਾਂਚ ਤੋਂ ਬਾਅਦ ਇਹ ਗੱਲ ਕਲੀਅਰ ਹੋ ਗਈ ਹੈ, ਸਾਫ਼ ਹੋ ਗਈ ਹੈ ਕਿ ਇਹੋ ਹੀ ਹਥਿਆਰ ਸਨ ਜਿਨ੍ਹਾਂ ਨਾਲ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ। ਹੁਣ ਮੂਸੇਵਾਲਾ ਕਤਲ ਕਾਂਡ ਲਗਾਤਾਰ ਚਰਚਾ ਦੇ ਵਿੱਚ ਹੈ। ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਗੁਰੂ ਅੰਗਦ ਦੇਵ ਨਗਰ ਦੀ ਗਲੀ ਨੰਬਰ 13 ਦੇ ਵਿੱਚ ਮੂਸੇਵਾਲੇ ਦਾ ਕਰੀਬੀ ਰਹਿੰਦਾ ਹੈ ਰਮਨ ਭੰਗਚੜੀ। ਬੀਤੇ ਦਿਨੀ ਖਬਰਾਂ ਆਈਆਂ ਸੀ ਕਿ ਉਹਦੇ ਘਰ ਦੀ ਰੇਕੀ ਕੀਤੀ ਜਾ ਰਹੀ ਹੈ, ਉਹਨੂੰ ਨਿਸ਼ਾਨੇ ਤੇ ਲਿਆ ਹੋ ਸਕਦਾ ਹੈ। ਪਰ ਹੁਣ ਇਹ ਰੇਕੀ ਵਾਲਾ ਮਾਮਲਾ ਬੜਾ ਹਾਸੋਹੀਣਾ ਜਿਹਾ ਹੋ ਗਿਆ। ਇਹਦੇ ਵਿੱਚ ਇੱਕ ਨਵਾਂ ਮੋੜ ਆ ਗਿਆ। ਪੁਲਿਸ ਨੇ ਮੁਸਤੈਦੀ ਦਿਖਾਈ ਸੀ, CCTV ਜਿਹੜੀ ਫੁਟੇਜ ਸੀ ਉਹਨੂੰ ਜਾਂਚਣਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹ ਜਿਹੜਾ ਵਿਅਕਤੀ CCTV ਫੁਟੇਜ ਦੇ ਵਿੱਚ ਨਜ਼ਰ ਆਇਆ, ਉਹਦੀ ਪਛਾਣ ਕਰ ਲਈ ਗਈ, ਜਿਸ ਦੇ ਉੱਤੇ ਸ਼ੱਕ ਸੀ ਕਿ ਇਹ ਰੇਕੀ ਕਰ ਰਿਹਾ ਹੈ। ਪਰ ਬਾਅਦ ਚ ਪਤਾ ਲੱਗਿਆ ਕਿ ਨਗਰ ਕੌਂਸਲ ਦਾ ਸਫਾਈ ਕਰਮਚਾਰੀ ਹੈ, ਜਿਹੜਾ ਘਰ ਦੇ ਸਾਹਮਣੇ ਰੇਕੀ ਨਹੀਂ ਬਲਕਿ ਰੇਹੜੀ ਦੀ ਤਲਾਸ਼ ਕਰ ਰਿਹਾ ਸੀ। ਇਸ ਤੋਂ ਬਾਅਦ ਇਹ ਮਾਮਲਾ ਆਮ ਲੋਕਾਂ ਨੂੰ ਵੀ ਹਾਸੋਹੀਣਾ ਲੱਗਿਆ ਕਿ ਰਮਨਦੀਪ ਦੇ ਪਰਿਵਾਰ ਤੇ ਲੋਕਾਂ ਦੇ ਵਿੱਚ ਬੇਵਜ੍ਹਾ ਦਹਿਸ਼ਤ ਦਾ ਮਾਹੌਲ ਬਣਿਆ। ਨਗਰ ਕੌਂਸਲ ਦੇ ਵਿੱਚ ਇਕੱਠੇ ਹੋਏ ਸਫਾਈ ਸੇਵਕਾਂ ਦੀ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਅਤੇ ਕੁਝ ਹੋਰ ਸਫਾਈ ਸੇਵਕ ਵੀ ਉੱਥੇ ਮੌਜੂਦ ਸਨ। ਉਹਨਾਂ ਨੇ ਦੱਸਿਆ ਕਿ ਉਹ ਗਲੀ ਵਿੱਚ ਸਫਾਈ ਲਈ ਰੇਹੜੀ ਲੱਭਣ ਲਈ ਇੱਧਰ ਉੱਧਰ ਆ ਜਾ ਰਿਹਾ ਸੀ। CCTV ਕੈਮਰੇ 'ਚ ਕੈਦ ਹੋ ਗਿਆ। ਘਰਦਿਆਂ ਨੇ ਰੇਕੀ ਵਾਲਾ ਸਮਝ ਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਨੇ ਪੁੱਛਗਿੱਛ ਵਾਸਤੇ ਉਹਨੂੰ ਆਪਣੇ ਕੋਲ ਬੁਲਾਇਆ ਵੀ, ਪਰ ਜਾਂਚ ਦੇ ਵਿੱਚ ਸਭ ਕੁਝ ਸਾਫ਼ ਹੋਣ ਤੋਂ ਬਾਅਦ ਉਹਨੂੰ ਛੱਡ ਦਿੱਤਾ ਗਿਆ। ਪਰ ਬਿਲਕੁਲ ਇਹ ਕਹਾਵਤ ਇੱਥੇ ਸੱਚ ਹੁੰਦੀ ਹੈ ਕਿ ਦੁੱਧ ਦਾ ਸੜਿਆ ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ ਹੈ। ਪਰ ਜੇਕਰ ਇਹੀ ਮੁਸਤੈਦੀ ਸਿੱਧੂ ਮੂਸੇਵਾਲੇ ਦੇ ਕੇਸ ਵਿੱਚ ਵੀ ਅਪਣਾਈ ਹੁੰਦੀ, ਕੋਈ ਆ ਰਿਹਾ, ਕੋਈ ਰੇਕੀ ਕਰ ਰਿਹਾ, ਦਿੱਲੀ ਪੁਲਿਸ ਵੱਲੋਂ ਥੋੜੇ ਬਹੁਤੇ ਟਿਪ ਵੀ ਦਿੱਤੇ ਗਏ ਸੀ, ਇਹਦੇ ਬਾਵਜੂਦ ਵੀ ਡੋਰਾਂ ਢਿੱਲੀਆਂ ਛੱਡੀਆਂ ਗਈਆਂ ਤੇ ਆਖਰਕਾਰ 29 ਤਰੀਕ ਦਾ ਉਹ ਮਨਹੂਸ ਦਿਨ ਸ਼ਾਮ ਆਈ ਜਦੋਂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ। ਤੇ ਹੁਣ ਇੱਕ ਹੋਰ ਮਾਮਲਾ ਪੰਜਾਬ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਹੈ। ਉਹ ਹੈ ਇੱਕ VC ਨੂੰ ਗੱਦੇ ਤੇ ਲਟਾਉਣਾ। ਤੇ ਹੁਣ ਪੰਜਾਬ ਦੇ ਵਿੱਚ ਡਾਕਟਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕੱਲ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਗੱਲਬਾਤ ਕਰਦਿਆਂ IMA ਅਤੇ ਸਰਕਾਰੀ ਡਾਕਟਰਾਂ ਦੇ ਸਮੇਤ ਮੈਡੀਕਲ ਦੇ ਨਾਲ ਜੁੜੀਆਂ ਕਈ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇੱਕ ਸੁਰ ਹੋ ਕੇ ਆਖਿਆ ਕਿ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਸੰਘਰਸ਼ ਵਿੱਢਾਂਗੇ। ਉਹਨਾਂ ਨੇ ਆਖਿਆ ਕਿ ਦੋ ਚੀਜ਼ਾਂ ਨੇ, ਜਾਂ ਆਰ ਹੈ ਜਾਂ ਪਾਰ ਹੈ। ਉਹ ਹੈ ਡਿਮਾਂਡ ਕੀ, ਅਲਟੀਮੇਟਮ ਕਿਉਂ ਦਿੱਤਾ? ਉਹ ਕਹਿੰਦੇ ਜਾਂ ਤਾਂ ਸਰਕਾਰ ਆਉਣ ਵਾਲੀ 15 ਤਰੀਕ ਤੱਕ 15 ਅਗਸਤ ਤੱਕ ਆਪਣੇ ਸਿਹਤ ਮੰਤਰੀ ਤੋਂ ਮੁਆਫੀ ਮੰਗਵਾਵੇ, ਜਾਂ ਫਿਰ ਉਹਨੂੰ ਉਹਦੇ ਅਹੁਦੇ ਤੋਂ ਲਾਂਭੇ ਕਰੇ। ਇਹਦੇ ਤੋਂ ਘੱਟ ਸਾਨੂੰ ਕੁਝ ਵੀ ਮਨਜ਼ੂਰ ਨਹੀਂ। ਸ਼ਾਇਦ ਤੁਹਾਨੂੰ ਯਾਦ ਹੋਣਾ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ 'ਚ ਜਾਂਦੇ ਆ, ਉੱਥੇ ਗੋਡੇ ਗੋਡੇ ਖੜਾ ਘਾਹ ਦੇਖ ਕੇ ਕਹਿੰਦੇ ਆ ਕਿ ਸਾਡੀ ਜੇਕਰ ਕੋਈ ਯੂਨੀਵਰਸਿਟੀ 'ਚ ਆਏਗਾ ਤਾਂ ਉਹਦੇ ਤੇ ਕੀ ਪ੍ਰਭਾਵ ਪਏਗਾ। ਫਿਰ ਜਦੋਂ ਅੰਦਰ ਗਏ ਤਾਂ ਉੱਥੇ ਗੱਦੇ ਬੜੇ ਗੰਦੇ ਸਨ। ਤਾਂ ਡਾਕਟਰ ਰਾਜ ਬਹਾਦਰ ਜਿਹੜੇ ਵਾਈਸ ਚਾਂਸਲਰ ਸਨ, ਉਹਨਾਂ ਨੂੰ ਕਹਿੰਦੇ ਕਿ ਤੁਸੀਂ ਇਸ ਗੱਦੇ ਤੇ ਸਰ ਪੈ ਸਕਦੇ ਹੋ। ਔਰ ਕੁਝ ਕੁ ਸੈਕਿੰਡ ਦੇ ਵਾਸਤੇ ਉਹ ਕਹਿੰਦੇ ਕਿਉਂ ਨਹੀਂ। ਝੱਟ ਦੇਣੇ VC ਸਾਹਿਬ ਪੈਂਦੇ ਆ ਤੇ ਨਾਲ ਦੀ ਨਾਲ ਉੱਠ ਖੜਦੇ ਆ। ਹਲੇ ਪੂਰੀ ਪਿੱਠ ਉਹਨਾਂ ਨੇ ਲਾਈ ਵੀ ਨਹੀਂ ਸੀ। ਬਸ ਉਹਦੇ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਿਆ। ਕਈ ਦਿਨ ਇਹ ਖਬਰ ਚਰਚਾ ਵਿੱਚ ਰਹੀ। ਕੁਝ ਲੋਕ VC ਦੇ ਹੱਕ ਵਿੱਚ, ਕੁਝ ਲੋਕ ਸਿਹਤ ਮੰਤਰੀ ਦੇ ਹੱਕ ਵਿੱਚ ਖੜੇ ਨਜ਼ਰ ਆਏ। ਧੜਿਆਂ 'ਚ ਵੰਡੇ ਗਏ ਲੋਕ। ਯੂਨੀਵਰਸਿਟੀ ਦੇ ਨਾਲ ਸੰਬੰਧਿਤ ਕੁਝ ਮੁਲਾਜ਼ਮ ਨੇ, ਉਹ VC ਸਾਹਿਬ ਉੱਤੇ ਦੋਸ਼ ਲਾ ਰਹੇ ਨੇ ਕਿ ਸਾਡੀ ਨਾ ਇਹ ਸੁਣਦੇ ਆ, ਨਾ ਇਹਨਾਂ ਦੀ ਰਹਿਨੁਮਾਈ ਠੀਕ ਢੰਗ ਨਾਲ ਸੁਚੱਜਾ ਪ੍ਰਬੰਧ ਕਰ ਰਹੀ ਹੈ। ਪਰ ਕੁਝ ਲੋਕ ਸਨ ਜਿਹੜੇ ਸਿਹਤ ਮੰਤਰੀ ਦੀ ਕਾਰਵਾਈ ਨੂੰ ਜਾਇਜ਼ ਦੱਸ ਰਹੇ ਸੀ ਤੇ ਕੁਝ ਨਜਾਇਜ਼ ਦੱਸ ਰਹੇ ਸੀ। ਕੁਝ ਲੋਕਾਂ ਦਾ ਤਰਕ ਇਹ ਸੀ ਕਿ ਜੇਕਰ ਉਸ ਗੰਦੇ ਗੱਦੇ ਦੇ ਉੱਤੇ ਮਰੀਜ਼ ਪੈ ਸਕਦਾ ਹੈ, ਔਰ ਘੰਟਿਆਂ ਬੱਧੀ ਪੈ ਸਕਦਾ ਹੈ ਜਾਂ ਕਈ ਦਿਨਾਂ ਲਈ ਪੈ ਸਕਦਾ ਹੈ, ਤਾਂ 2-3 ਸੈਕਿੰਡ ਦੇ ਵਾਸਤੇ VC ਸਾਹਿਬ ਨੂੰ ਪੈ ਕੇ ਭਲਾ ਕਿਹੜੀ ਬੇਇੱਜ਼ਤੀ ਮਹਿਸੂਸ ਹੋਗੀ। ਜੇ ਮਰੀਜ਼ ਪੈ ਸਕਦਾ ਤਾਂ VC ਸਾਹਿਬ ਕਿਉਂ ਨਹੀਂ ਸੀ ਪੈ ਸਕਦੇ? ਕਿਹੜਾ ਪਹਾੜ ਟੁੱਟ ਗਿਆ? ਪਰ ਕੁਝ ਲੋਕਾਂ ਦਾ ਕਹਿਣਾ ਇਹ ਵੀ ਸੀ ਕਿ VC ਸਾਹਿਬ ਦਾ ਅਹੁਦਾ ਬਹੁਤ ਵੱਡਾ ਹੁੰਦਾ ਹੈ, ਇਸ ਤਰ੍ਹਾਂ ਮੰਤਰੀ ਸਾਹਿਬ ਨੂੰ ਉਹਨਾਂ ਨਾਲ ਪੇਸ਼ ਨਹੀਂ ਸੀ ਹੋਣਾ ਚਾਹੀਦਾ।
ਪਰ ਦੂਸਰੇ ਪਾਸੇ ਕੁਝ ਲੋਕ ਇਹ ਵੀ ਕਹਿੰਦੇ ਸੀ ਕਿ ਜੇਕਰ ਕਿਸੇ ਬੰਦੇ ਦਾ ਅਹੁਦਾ ਵੱਡਾ ਹੈ ਜਾਂ ਅਹੁਦਾ ਛੋਟਾ ਹੈ ਕਿ ਉਹਦੇ ਵੱਡੇ ਛੋਟੇ ਨਾਲ ਗੱਦਾ ਗੰਦਾ ਜਿਹੜਾ ਛੋਟੇ ਬੰਦੇ ਲਈ ਉਹ ਸਾਫ਼ ਹੋ ਜਾਂਦਾ ਹੈ। ਹੁਣ ਜੇ ਇਹ ਵੀ ਆਖਿਆ ਜਾ ਰਿਹਾ ਕਿ ਜੇਕਰ ਉਸ ਗੱਦੇ ਦੇ ਉੱਤੇ ਵੀਸੀ ਸਾਹਿਬ ਪੈਣਾ ਨਹੀਂ ਸੀ ਚਾਹੁੰਦੇ ਤਾਂ ਉਹਨਾਂ ਨੂੰ ਪੁੱਛਿਆ ਸੀ ਕਿ ਸਰ ਤੁਸੀਂ ਇਹਦੇ ਤੇ ਪੈ ਸਕਦੇ ਹੋ, ਕਹਿੰਦੇ ਹਾਂ। ਉਹ ਨਾਲ ਦੀ ਨਾਲ ਪੈ ਵੀ ਗਏ, ਹੁਜਤ ਕੋਈ ਨਹੀਂ ਕੀਤੀ। ਫਿਰ ਉਸੇ ਵਕਤ ਉਹਨਾਂ ਨੇ ਜਵਾਬ ਕਿਉਂ ਨਹੀਂ ਦਿੱਤਾ ਕਿ ਨਾ ਮੈਂ ਤਾਂ ਨਹੀਂ ਪੈ ਸਕਦਾ। ਪਰ ਮਾਮਲਾ ਹੁਣ ਇੱਕ ਵਾਰੀ ਇਹ ਫਿਰ ਤੋਂ ਗਰਮਾ ਗਿਆ। ਉਹਦੇ ਦੋਵੇਂ ਪਾਸੇ ਕੋਈ ਹੱਕ 'ਚ ਖੜਾ ਹੈ, ਕੋਈ ਵਿਰੋਧ 'ਚ ਖੜਾ ਹੈ। ਪਰ ਹੁਣ ਪੰਜਾਬ ਦੇ ਡਾਕਟਰਾਂ ਨੇ ਪੰਜਾਬ ਸਰਕਾਰ ਨੂੰ 15 ਅਗਸਤ ਤੱਕ ਦਾ ਅਲਟੀਮੇਟਮ ਦੇ ਦਿੱਤਾ ਹੈ। ਹੁਣ ਦੇਖਣਾ ਹੋਏਗਾ ਕਿ ਕੀ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਮੁਆਫੀ ਮੰਗਦੇ ਆ ਜਾਂ ਫਿਰ ਪੰਜਾਬ ਸਰਕਾਰ, ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕਰਦੀ ਹੈ ਜਾਂ ਉਹਨਾਂ ਦਾ ਵਿਭਾਗ ਬਦਲਿਆ ਜਾਂਦਾ ਹੈ। ਦੇਖਣਾ ਹੋਏਗਾ ਕਿ ਦੋਵਾਂ ਦੇ ਵਿੱਚੋਂ ਕਿਹੜਾ ਰਸਤਾ ਅਖਤਿਆਰ ਕੀਤਾ ਜਾਂਦਾ ਹੈ। ਭਾਵੇਂ ਕਿ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਆਗੂ ਵੀਸੀ ਸਾਹਿਬ ਦੇ ਹੱਕ 'ਚ ਖੜ ਗਏ ਸੀ ਤੇ ਕੁਝ ਕੁ ਜਥੇਬੰਦੀਆਂ, ਕੁਝ ਕੁ ਸਮਾਜਿਕ ਜਥੇਬੰਦੀਆਂ ਉਹ ਸਿਹਤ ਮੰਤਰੀ ਦੇ ਹੱਕ ਵਿੱਚ ਖੜ ਗਈਆਂ ਸੀ। ਪਰ ਹੁਣ ਮਾਮਲੇ ਨੇ ਇੱਕ ਵੱਖਰਾ ਮੋੜ ਲੈ ਲਿਆ। ਵੇਖਦੇ ਹਾਂ ਅੱਗੇ ਕੀ ਹੁੰਦਾ ਹੈ। ਅਗਲੀ ਜਿਹੜੀ ਖਬਰ ਹੈ ਕਿ ਸਾਡੇ ਹੱਡਾਂ ਦੇ ਵਿੱਚ ਰਿਸ਼ਵਤ ਕਿਵੇਂ ਘਰ ਕਰ ਚੁੱਕੀ ਹੈ। ਇਹ ਤਾਜ਼ਾ ਤਸਵੀਰ ਸਾਹਮਣੇ ਆਈ ਹੈ ਹਲਕਾ ਰਾਮਪੁਰਾ ਫੂਲ ਦੇ ਆਪ ਵਿਧਾਇਕ ਬਲਕਾਰ ਸਿੱਧੂ ਹੋਰਾਂ ਦੀ ਮਿਹਰਬਾਨੀ ਸਦਕਾ। ਪਤਾ ਲੱਗਿਆ ਕਿ ਪੁਲਿਸ ਚੌਂਕੀ ਦਿਆਲਪੁਰਾ ਭਾਈਕਾ ਦੇ ਵਿੱਚ ਗਏ, ਜਿੱਥੇ ਏਐਸਆਈ ਜਗਤਾਰ ਸਿੰਘ ਰਿਸ਼ਵਤ ਲੈਂਦਾ ਰੰਗੇ ਹੱਥੀਂ ਫੜਿਆ ਗਿਆ ਤੇ 5000 ਰੁਪਏ ਉਹਦੀ ਜੇਬ ਚੋਂ ਨਿਕਲਿਆ। ਗਾਇਕ ਅਤੇ ਵਿਧਾਇਕ ਬਲਕਾਰ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਏਐਸਆਈ ਦੇ ਵੱਲੋਂ ਰਿਸ਼ਵਤ ਲੈਣ ਦੇ ਬਾਰੇ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਤਾਂ ਉਹ ਖੁਦ ਪੁਲਿਸ ਚੌਂਕੀ ਦਿਆਲਪੁਰਾ ਭਾਈਕਾ 'ਚ ਪਹੁੰਚੇ, ਜਿੱਥੇ ਉਹਨਾਂ ਨੇ ਏਐਸਆਈ ਕੋਲੋਂ, ਇਸ ਥਾਣੇਦਾਰ ਦੇ ਕੋਲੋਂ 5000 ਰੁਪਏ ਬਰਾਮਦ ਵੀ ਕੀਤੇ। ਜਾਣਕਾਰੀ ਮਿਲੀ ਹੈ ਕਿ ਏਐਸਆਈ ਨੇ ਇਹ ਪੈਸੇ ਜਿਹੜੇ ਲਏ ਸੀ ਲਾਹਣ ਦੀ ਬਰਾਮਦਗੀ ਦੇ ਇੱਕ ਮਾਮਲੇ ਦੇ ਵਿੱਚ ਰਿਸ਼ਵਤ ਵਜੋਂ ਲਏ ਸੀ। ਇਹ ਵੀ ਪਤਾ ਲੱਗਿਆ ਕਿ ਇਹਦੇ ਤੋਂ ਪਹਿਲਾਂ ਵੀ ਏਐਸਆਈ ਵੱਲੋਂ ਲੋਕਾਂ ਤੋਂ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਅਕਸਰ ਮਿਲਦੀਆਂ ਸੀ ਤੇ ਵਿਧਾਇਕ ਸਿੱਧੂ ਨੇ ਕਿਹਾ ਸੀ ਕਿ ਇਸ ਮਸਲੇ ਸੰਬੰਧੀ ਉਹ ਉੱਚ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦੇ ਚੁੱਕੇ ਹੈ। ਡੀਐਸਪੀ ਫੂਲ ਆਸ਼ਵੰਤ ਸਿੰਘ ਧਾਲੀਵਾਲ ਦੇ ਸੰਪਰਕ ਕਰਨ ਤੇ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਇਸ ਏਐਸਆਈ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਬਲਕਾਰ ਸਿੱਧੂ ਨੇ ਇਹ ਵੀ ਦੱਸਿਆ ਸੀ ਕਿ ਉਹਨਾਂ ਨੂੰ ਇੱਕ ਦਿਨ ਪਹਿਲਾਂ ਇਸ ਮਸਲੇ ਤੋਂ ਇੱਕ ਦਿਨ ਪਹਿਲਾਂ ਵੀ ਸ਼ਿਕਾਇਤ ਮਿਲੀ ਸੀ ਕਿ ਥਾਣੇਦਾਰ ਨੇ ਕਿਸੇ ਤੋਂ 1800 ਰੁਪਏ ਲਏ ਨੇ। ਉਹ ਕਹਿੰਦੇ ਜਦੋਂ ਮੈਂ ਥਾਣੇਦਾਰ ਨਾਲ ਗੱਲ ਕੀਤੀ ਸੀ, ਇਹ ਵੀਡੀਓ 'ਚ ਵੀ ਸੁਣਿਆ ਜਾ ਸਕਦਾ, ਥਾਣੇਦਾਰ ਮੰਨਦਾ ਕਿ ਹਾਂ, ਉਹ ਕਹਿੰਦਾ ਸੀ 1800 ਨਹੀਂ ਜੀ, 1000 ਰੁਪਈਆ ਲਿਆ ਹੈ। ਬਲਕਾਰ ਸਿੱਧੂ ਉਹਦੇ ਵਿੱਚ ਇਹ ਵੀ ਕਹਿੰਦੇ ਸੁਣੇ ਜਾਂਦੇ ਨੇ ਕਿ ਜਦੋਂ ਤੁਹਾਡੇ ਨਾਲ ਕੱਲ ਫੋਨ ਤੇ ਗੱਲ ਹੋਈ ਸੀ ਤੁਸੀਂ ਕਿਹਾ ਸੀ ਕਿ ਅੱਗੇ ਤੋਂ ਨਹੀਂ ਜੇ ਕੰਮ ਕਰਦਾ, ਅੱਗੇ ਤੋਂ ਨਹੀਂ ਲੈਂਦਾ। ਉਹ ਕਹਿੰਦੇ ਫਿਰ ਆਹ ਦੱਸ ਬਈ ਅੱਜ ਕਿਵੇਂ ਹੋ ਗਿਆ। ਉਹ ਕਹਿੰਦੇ ਬਾਈ ਜੀ ਮੈਂ ਨਹੀਂ ਲਏ, ਆਹ ਤਾਂ ਬਾਈ ਹੁਣੀ ਮੈਨੂੰ ਫੜਾ ਗਏ। ਅੱਗਿਓਂ ਬਲਕਾਰ ਸਿੰਘ ਸਿੱਧੂ ਪੁੱਛਦੇ ਨੇ ਵੀ ਤੂੰ ਫੜੇ ਕਿਉਂ, ਦੱਸੋ ਤਾਂ ਸਹੀ ਕਿ ਫੜੇ ਕਿਉਂ, ਕੀ ਨਾ ਤੋਂ ਲੈਣੇ ਸੀ, ਕੀ ਨਾਲ ਕੀਤੇ ਸੀ। ਥਾਣੇਦਾਰ ਦੀ ਜੇਬ ਤੋਂ ਜਿਹੜੇ ਨੋਟ ਮਿਲੇ ਉਹਨਾਂ ਦੀ ਫੋਟੋ ਕਾਪੀ ਕੀਤੀ ਸੀ ਤੇ ਬਕਾਇਦਾ ਵੀਡੀਓ ਵੀ ਬਣਾਈ ਹੋਈ ਸੀ। ਉਹ ਪਹਿਲਾਂ ਮਿਲਾਨ ਕੀਤਾ ਗਿਆ, ਮਿਲਾਨ ਕਰਕੇ ਥਾਣੇਦਾਰ ਬਿਲਕੁਲ ਹਲਕਾ ਹੋਇਆ ਪਿਆ ਸੀ। ਉਹ ਕਹਿੰਦਾ ਸੀ ਸਰ ਸੌਰੀ। ਉਹ ਕਹਿੰਦੇ ਸੌਰੀ ਦਾ ਕੀ ਮਤਲਬ, ਕੱਲ ਵੀ ਸੌਰੀ ਕਹਿ ਕੇ ਛੁੱਟ ਗਿਆ, ਅੱਜ ਇੱਕ ਵਾਰ ਫਿਰ ਤੁਸੀਂ ਸੌਰੀ ਕਹਿੰਦੇ ਹੋ, ਮੁਆਫੀਯੋਗ ਕੰਮ ਤਾਂ ਇਹ ਹੈ ਨਹੀਂ। ਉਹ ਕਹਿੰਦੇ ਤੁਸੀਂ ਕਹਿੰਦੇ ਸੀ ਅੱਗਿਓਂ ਪੈਸੇ ਲਵਾਂਗਾ ਨਹੀਂ, ਇਹ ਤਾਂ ਤੁਹਾਡਾ ਰੋਜ਼ ਦਾ ਕੰਮ ਹੋ ਗਿਆ। ਬਲਕਾਰ ਸਿੱਧੂ ਦੇ ਕੋਲ ਕੁਝ ਖੜੇ ਵਿਅਕਤੀ ਵੀਡੀਓ ਦੇ ਵਿੱਚ ਇਹ ਕਹਿੰਦੇ ਸੁਣਾਈ ਦਿੰਦੇ ਆ ਕਿ ਥਾਣੇਦਾਰ ਨੇ ਸਾਡੇ ਕੋਲੋਂ 30000 ਰੁਪਏ ਦੀ ਮੰਗ ਕੀਤੀ ਤੇ 5000 ਰੁਪਏ 'ਚ ਮਾਮਲਾ ਨਿਬੜ ਗਿਆ ਸੀ। ਫਿਰ ਇਹ ਵੀ ਪੁੱਛਿਆ ਕਿ ਕੀ ਤੁਸੀਂ ਜਿਹੜਾ ਉਹ ਲਾਹਣ ਵਾਲਾ ਮਸਲਾ ਹੈ, 20 ਲੀਟਰ ਲਾਹਣ ਹੈ, ਤੁਸੀਂ ਤਾਂ ਕਹਿੰਦੇ ਸੀ ਜ਼ਿਆਦਾ ਪਾ ਦੂੰ, ਸ਼ਰਾਬ ਪਾ ਦੂੰ, ਪਾਇਆ। ਉਹ ਕਹਿੰਦਾ ਜੀ ਪਰਚਾ ਤਾਂ ਮੈਂ ਕੱਟ ਦਿੱਤਾ। ਫਿਰ ਇਹ ਪੁੱਛਿਆ ਜਾਂਦਾ ਕਿ ਪੈਸੇ ਵੀ ਲਏ ਹੈ, ਪਰਚਾ ਵੀ ਦੇ ਦਿੱਤਾ। ਤੇ ਬਲਕਾਰ ਸਿੰਘ ਸਿੱਧੂ ਹੋਰਾਂ ਨੇ ਇਹ ਵੀ ਦੱਸਿਆ ਕਿ ਇਹਦੇ ਤਬਾਦਲੇ ਦੇ ਵਾਸਤੇ ਪਹਿਲਾਂ ਹੀ ਲਿਖ ਦਿੱਤਾ ਗਿਆ ਸੀ। ਪਰ ਹੁਣ ਵੇਖਦੇ ਹਾਂ ਕਿ ਰਿਸ਼ਵਤ ਲੈਣ ਦੀ ਵੀਡੀਓ ਵੀ ਸਾਹਮਣੇ ਆ ਗਈ ਹੈ, ਮਾਮਲੇ ਨੇ ਤੂਲ ਵੀ ਫੜ ਲਈ ਹੈ ਕਿ ਇਸ ਛੋਟੇ ਥਾਣੇਦਾਰ ਦਾ, ਜਗਤਾਰ ਸਿੰਘ ਦਾ, ਹੁਣ ਬਣਦਾ ਕੀ ਹੈ। ਪਰ ਇੱਕ ਗੱਲ ਤਾਂ ਮੰਨਣੀ ਪਊ, ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਫਰੀਦਕੋਟ ਦੇ ਸਹਾਇਕ ਜੇਲ੍ਹ ਸੁਪਰਡੈਂਟ ਦੀ। ਤੁਸੀਂ ਦੇਖੋ ਕਿ ਨੌਕਰੀ ਉਹਦੀ ਕਾਹਦੇ ਵਾਸਤੇ ਤੇ ਕਰ ਕੀ ਰਿਹਾ ਸੀ। ਘਰੋਂ ਵੀ ਪੈਸੇ ਮਿਲ ਗਏ 6 ਲੱਖ ਰੁਪਈਆ। ਇੱਧਰਲੇ ਪਾਸੇ ਥਾਣੇਦਾਰ ਸਾਹਿਬ ਡਿਊਟੀ ਕਾਹਦੀ ਕਰਨੀ ਹੈ ਤੇ ਕਰ ਕੀ ਰਹੇ ਹੈ। ਤੇ ਅਗਲੀ ਹੈ ਬੈਂਕ ਡਾਕੇ ਦੇ ਨਾਲ ਸੰਬੰਧਿਤ ਖਬਰ। ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਜਲੰਧਰ ਦੀ ਯੂਕੋ ਬੈਂਕ ਦੇ ਵਿੱਚ ਡਾਕਾ ਪਿਆ ਸੀ, ਦਿਨ ਦਿਹਾੜੇ ਪਿਆ ਸੀ। ਖਬਰ ਮਿਲ ਰਹੀ ਹੈ ਕਿ ਪੁਲਿਸ ਨੂੰ ਇਹਦੇ ਮਾਮਲੇ 'ਚ ਵੱਡੀ ਲੀਡ ਮਿਲ ਗਈ ਹੈ। ਸ਼ਨਿਚਰਵਾਰ ਨੂੰ ਲੁਟੇਰਿਆਂ ਦਾ ਰੂਟ ਟਰੈਕ ਕਰਦਿਆਂ ਪੁਲਿਸ ਨੂੰ ਕਾਲਾ ਸੰਘਿਆ ਰੋਡ ਤੋਂ ਪਿੰਡ ਨਿਜਰਾਂ ਦੇ ਵਿੱਚੋਂ ਪਤਾ ਲੱਗਿਆ ਕਿ ਇਹ ਨਿਜਰਾਂ ਪਿੰਡ ਵਿੱਚ ਪਹੁੰਚੇ ਸੀ
ਮੋਟਰ ਤੇ ਰੁਕੇ ਸੀ ਤੇ ਉੱਥੇ ਕੁਝ ਲਾਵਾਰਸ ਕੱਪੜੇ ਤੇ ਜੁੱਤੀਆਂ ਮਿਲੀਆਂ। ਪੁਲਿਸ ਤੁਰੰਤ ਸੂਚਨਾ ਦੇ ਆਧਾਰ ਤੇ ਮੋਟਰ ਤੇ ਪਹੁੰਚੀ। ਉੱਥੇ ਕੱਪੜੇ ਤੇ ਜੁੱਤੀਆਂ ਵੇਖ ਕੇ ਪਤਾ ਲੱਗਿਆ ਕਿ ਬਿਲਕੁਲ ਇਹ ਉਹਨਾਂ ਹੀ ਲਟੇਰਿਆਂ ਦੇ ਨੇ ਤੇ ਜਿਹੜੇ ਕੱਪੜੇ ਉਸ ਸੀਸੀਟੀਵੀ ਫੁਟੇਜ ਦੇ ਵਿੱਚ ਨਜ਼ਰ ਆਏ ਨੇ ਜਦੋਂ ਉਹ ਬੈਂਕ ਦੇ ਵਿੱਚ ਡਾਕੇ ਨੂੰ ਅੰਜਾਮ ਦੇ ਰਹੇ ਸੀ। ਉਸ ਵਕਤ ਇਹੀ ਡਰੈਸ ਉਹਨਾਂ ਨੇ ਪਾਈ ਹੋਈ ਸੀ। ਮੋਟਰ ਤੇ ਤਿੰਨਾਂ ਲੁਟੇਰਿਆਂ ਨੇ ਆਪਣੇ ਕੱਪੜੇ ਬਦਲੇ। ਪੁਲਿਸ ਨੇ ਕੱਪੜਿਆਂ ਨੂੰ ਵੀ ਅਤੇ ਜੁੱਤੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਅਗਲੀ ਪੜਤਾਲ ਫਿਰ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹ ਵੀ ਪਤਾ ਲੱਗਿਆ ਦੇਖੋ ਕਿ ਲੁਟੇਰਿਆਂ ਨੇ ਰਸਤੇ ਦੇ ਵਿੱਚ ਮਾਸਕ ਆਪਣੇ ਮੂੰਹ ਤੋਂ ਬਿਲਕੁਲ ਨਹੀਂ ਉਤਾਰਿਆ। ਅਗਲੀ ਗੱਲ ਕਿ ਜਿਹੜੀ ਉਹਨਾਂ ਕੋਲੇ ਐਕਟਿਵਾ ਸੀ, ਆਪਣੀ ਗੱਡੀ ਸੀ, ਵਾਹਨ ਵੀ ਨਹੀਂ ਬਦਲਿਆ। 3 ਜਾਣੇ ਟ੍ਰਿਪਲਿੰਗ ਕੀਤੀ ਉਹਨਾਂ ਨੇ। ਤਿੰਨੇ ਸਵਾਰੀਆਂ ਬੈਠ ਕੇ ਇੰਨਾ ਲੰਬਾ ਸਫ਼ਰ ਤੈਅ ਕਰਦੇ ਹੋਏ ਪਿੰਡ ਨਿੱਜਰਾਂ ਤੱਕ ਪਹੁੰਚਦੇ ਤੇ ਉੱਥੇ ਕੱਪੜੇ ਬਦਲਦੇ ਆ। ਤੇ ਹੁਣ ਸਵਾਲ ਪੁਲਿਸ ਤੇ ਵੀ ਹੈ ਕਿ ਡਾਕੇ ਦੀਆਂ ਤਾਂ ਹੁੱਗਾਂ ਪੈ ਗਈਆਂ ਸੀ ਕਿ ਰਸਤੇ 'ਚ ਟ੍ਰੈਫਿਕ ਪੁਲਿਸ ਜਾਂ ਥਾਣਾ ਜਾਂ ਕੋਈ ਨਾਕਾ ਕਿਤੇ ਲੱਗਿਆ ਹੀ ਨਹੀਂ ਸੀ ਹੋਇਆ, ਕਿਤੇ ਰੋਕਿਆ ਹੀ ਨਹੀਂ ਗਿਆ। ਡੀਸੀਪੀ ਇਨਵੈਸਟੀਗੇਸ਼ਨ ਦੀ ਮੰਨੀਏ ਤਾਂ ਉਹਨਾਂ ਦੀਆਂ ਟੀਮਾਂ ਮੁਲਜ਼ਮਾਂ ਤੱਕ ਪਹੁੰਚਣਗੀਆਂ। ਉਹਨਾਂ ਕਿਹਾ ਕਿ ਉਹ ਕਈ ਬਿੰਦੂਆਂ ਨੂੰ ਆਪਸ ਦੇ ਵਿੱਚ ਮਿਲਾ ਰਹੇ ਨੇ, ਲੁੱਟ ਦੇ ਕੇਸ ਨੂੰ ਟਰੇਸ ਕਰ ਰਹੇ ਨੇ। ਪੁਲਿਸ ਟੀਮ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ 1 ਹਫ਼ਤੇ ਦੀ ਰਿਕਾਰਡਿੰਗ ਵੀ ਘੋਖ ਰਹੀ ਹੈ। ਡੰਪ ਡਾਟਾ ਵੀ ਚੁੱਕਿਆ ਗਿਆ ਹੈ ਅਤੇ ਇੱਕ ਨੰਬਰ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਦੀ ਰਾਤ ਨੂੰ ਪੁਲਿਸ ਨਿੱਜਰਾਂ ਪਿੰਡ ਵਿੱਚ ਲੁਟੇਰਿਆਂ ਦੀਆਂ ਤਸਵੀਰਾਂ ਦਿਖਾ ਕੇ ਮਨੁੱਖੀ ਵਸੀਲਿਆਂ ਤੋਂ ਮੁਲਜ਼ਮਾਂ ਦੀ ਪਛਾਣ ਕਰਵਾਉਣ ਦੇ ਵਿੱਚ ਜੁਟ ਗਈ ਸੀ। ਸ਼ਨੀਚਰਵਾਰ ਨੂੰ ਲੁਟੇਰਿਆਂ ਦੀ ਇੱਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਸੀ ਜਿਸ ਦੇ ਵਿੱਚ ਉਹ ਗਲੀਆਂ ਦੇ ਰਸਤੇ ਕਾਲਾ ਸੰਘਿਆ ਰੋਡ ਵੱਲ ਜਾਂਦੇ ਨਜ਼ਰ ਆਏ ਸੀ। ਲੁਟੇਰਿਆਂ ਨੇ ਬਹੁਤਾ ਸਫ਼ਰ ਗਲੀ ਮੁਹੱਲਿਆਂ ਜ਼ਰੀਏ ਤੈਅ ਕੀਤਾ ਤਾਂ ਕਿ ਲੁੱਟ ਤੋਂ ਬਾਅਦ ਜੇਕਰ ਸਪੈਸ਼ਲ ਨਾਕੇ ਲੱਗੇ ਵੀ ਹੋਏ ਤਾਂ ਉਹ ਬਚ ਸਕਣ। ਹਾਲਾਂਕਿ ਜੇਲ੍ਹ ਚੌਂਕ ਤੋਂ ਬਾਅਦ ਮੁਲਜ਼ਮ ਮੇਨ ਰੋਡ ਤੇ ਆਏ ਨਜ਼ਰ ਆਏ। ਉੱਥੇ ਟ੍ਰੈਫਿਕ ਪੁਲਿਸ ਦਾ ਨਾਕਾ ਨਾ ਹੋਣ ਕਾਰਨ ਆਸਾਨੀ ਨਾਲ ਉਹ ਕਾਲਾ ਸੰਘਿਆ ਰੋਡ ਵੱਲ ਨਿਕਲ ਗਏ। ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਜਲਦ ਤੋਂ ਜਲਦ ਉਹਨਾਂ ਦੀ ਪਛਾਣ ਕਰਕੇ ਗ੍ਰਿਫਤਾਰ ਉਹਨਾਂ ਨੂੰ ਕਰ ਲਿਆ ਜਾਏਗਾ। ਦੱਸਣਾ ਬਣਦਾ ਹੈ ਕਿ ਕਾਲੇ ਰੰਗ ਦੀ ਬਗੈਰ ਨੰਬਰ ਤੋਂ ਐਕਟਿਵਾ ਤੇ 3 ਲੁਟੇਰੇ ਸੀ। ਤਿੰਨਾਂ ਲੁਟੇਰਿਆਂ ਨੇ ਇੰਡਸਟਰੀਅਲ ਏਰੀਆ ਸਥਿਤ ਯੂਕੋ ਬੈਂਕ ਦੇ ਵਿੱਚ ਸਟਾਫ ਦੇ ਕੋਲੋਂ ਪੈਸਿਆਂ ਦੀ ਲੁੱਟ ਕੀਤੀ। ਜਿਹੜੇ ਗਾਹਕ ਅੰਦਰ ਗਏ ਹੋਏ ਸੀ ਗਨ ਪੁਆਇੰਟ ਤੇ ਉਹਨਾਂ ਦੇ ਕੋਲੋਂ ਕੈਸ਼ ਵੀ ਲਿਆ। 13 ਲੱਖ ਰੁਪਏ ਤੋਂ ਵੱਧ ਕੈਸ਼ ਲੁੱਟਿਆ ਤੇ ਬੈਂਕ ਦੇ ਵਿੱਚ ਮਹਿਲਾ ਕਰਮਚਾਰੀ ਦੀ ਸੋਨੇ ਦੀ ਚੇਨ ਵੀ ਲਈ, 2 ਅੰਗੂਠੀਆਂ ਵੀ ਲਈਆਂ, 2 ਕੰਗਣ ਵੀ ਲੁੱਟੇ, ਜਦੋਂ ਕਿ ਹੋਰ ਗਾਹਕਾਂ ਕੋਲੋਂ ਵੀ ਸੋਨੇ ਦੇ ਗਹਿਣੇ ਉਹਨਾਂ ਨੇ ਲੁਹਾਏ ਸੀ। ਪਰ ਇੰਨੇ ਕੁ ਚੋਰ ਇਮਾਨਦਾਰ ਸੀ। ਇੱਕ ਬੀਬੀ ਨੂੰ ਪੁੱਛਿਆ ਕਿ ਆਹ ਮੁੰਦਰੀ ਲਾਓ, ਕਹਿੰਦੀ ਮੇਰੇ ਵਿਆਹ ਦੀ ਮੁੰਦਰੀ ਹੈ। ਕਹਿੰਦੇ ਨਾ, ਇਹ ਭਾਈ ਰੱਖ ਲੈ ਤੂੰ। ਹੁਣ ਇਹ ਵੀ ਆਖਿਆ ਸੀ ਕਿ ਜਿੱਥੇ ਖੜੇ ਹੋ ਉੱਥੇ ਹੀ ਖੜੇ ਰਹੋ, ਜੇ ਕੋਈ ਹਿੱਲਿਆ ਤਾਂ ਗੋਲੀ ਮਾਰ ਦਿੱਤੀ ਜਾਊਗੀ, ਹਰਕਤ ਨਾ ਕੋਈ ਕਰਿਓ। ਹੁਣ ਮੁਲਜ਼ਮ ਲਗਭਗ 10 ਮਿੰਟ ਬੈਂਕ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ। ਬੈਂਕ ਦਾ ਸ਼ਟਰ ਡਾਊਨ ਕਰਨ ਤੋਂ ਬਾਅਦ ਫਰਾਰ ਹੋ ਗਏ ਤੇ ਫਿਰ ਲੁਟੇਰਿਆਂ ਦੇ ਖਿਲਾਫ ਕੇਸ ਵੀ ਦਰਜ ਹੁੰਦਾ ਹੈ। ਪੁਲਿਸ ਨੇ ਕਾਲੇ ਰੰਗ ਦੀ ਐਕਟਿਵਾ ਦਾ ਰਿਕਾਰਡ ਵੀ ਕਢਵਾਇਆ ਪਰ ਉਹਨਾਂ ਦੀ ਗਿਣਤੀ ਹਜ਼ਾਰਾਂ ਵਿੱਚ ਨਿਕਲੀ। ਪੁਲਿਸ ਨੂੰ ਉਮੀਦ ਸੀ ਕਿ ਬਾਇਓਮੈਟ੍ਰਿਕ ਸਕੈਨਰ ਦੇ ਨਾਲ ਲੁਟੇਰਿਆਂ ਸੰਬੰਧੀ ਪਹੁੰਚਣ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਸੁਰਾਗ ਮਿਲੇਗਾ, ਪਰ ਬਦਕਿਸਮਤੀ ਉਮੀਦ ਉਦੋਂ ਟੁੱਟ ਗਈ ਜਦੋਂ ਬੈਂਕ ਦੇ ਵਿੱਚ ਲਏ ਗਏ ਫਿੰਗਰਪ੍ਰਿੰਟ ਕਲੀਅਰ ਨਾ ਹੋਣ ਕਾਰਨ ਸਕੈਨਰ ਤੋਂ ਵੀ ਕਿਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਹੁਣ ਜੇਕਰ ਪੁਲਿਸ ਦੀ ਮੰਨਦੇ ਆ ਤਾਂ ਫੋਰੈਂਸਿਕ ਟੀਮ ਨੂੰ ਕਿਤਿਓਂ ਵੀ ਲੁਟੇਰਿਆਂ ਦੇ ਕਲੀਅਰ ਫਿੰਗਰਪ੍ਰਿੰਟ ਹਾਲੇ ਤੱਕ ਨਹੀਂ ਮਿਲੇ, ਜਿਸ ਦੇ ਕਾਰਨ ਬਾਇਓਮੈਟ੍ਰਿਕ ਸਕੈਨਰ ਦੀ ਮਦਦ ਵੀ ਨਹੀਂ ਮਿਲ ਸਕੀ। ਜਿਸ ਢੰਗ ਦੇ ਨਾਲ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਫਿਰ ਭੱਜਣ ਦੇ ਵਾਸਤੇ ਗਲੀਆਂ ਦਾ ਮੁਹੱਲਿਆਂ ਦਾ ਰਸਤਾ ਚੁਣਿਆ, ਉਹ ਤੋਂ ਪੁਲਿਸ ਨੂੰ ਉਮੀਦ ਹੈ ਕਿ ਇਹ ਜਿਹੜੇ ਲੁਟੇਰੇ ਪ੍ਰੋਫੈਸ਼ਨਲ ਨੇ। ਪ੍ਰੋਫੈਸ਼ਨਲ ਲੁਟੇਰੇ ਹੋਣ ਕਰਕੇ ਜਲੰਧਰ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਸ਼ਹਿਰਾਂ ਜਿਹੜੇ ਪ੍ਰੋਫੈਸ਼ਨਲ ਲੁਟੇਰਿਆਂ ਦੀ ਲਿਸਟ ਹੈ ਉਹਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਿਹੜੇ ਲੁਟੇਰੇ ਇਸ ਵਕਤ ਜ਼ਮਾਨਤ ਤੇ ਨੇ, ਜਿਹੜੀਆਂ ਸ਼ਹਿਰ ਦੇ ਆਲੇ ਦੁਆਲੇ ਜਲੰਧਰ ਦੇ ਆਲੇ ਦੁਆਲੇ ਲੁੱਟ ਦੀਆਂ ਵਾਰਦਾਤਾਂ ਹੋਈਆਂ ਨੇ ਉਹਨਾਂ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਢਵਾਈ ਜਾ ਰਹੀ ਹੈ ਤਾਂ ਕਿ ਕਲੀਅਰ ਹੋ ਸਕੇ ਕਿ ਇਸ ਢੰਗ ਦੇ ਨਾਲ ਕਿਤੇ ਪਹਿਲਾਂ ਵੀ ਲੁੱਟ ਖੋਹ ਹੋਈ ਸੀ। ਜੇ ਉਸ ਲੁੱਟ ਖੋਹ ਨੂੰ ਅੰਜਾਮ ਦੇਣ ਵਾਲੇ ਗ੍ਰਿਫਤਾਰ ਕੀਤੇ ਗਏ ਸੀ ਤਾਂ ਕਿਤੇ ਉਹੀ ਤਾਂ ਨਹੀਂ। ਕਹਿੰਦੇ ਆ ਕਿ ਵੱਖਰੇ ਵੱਖਰੇ ਐਂਗਲ ਤੋਂ ਇਸ ਲੁੱਟ ਦੀ ਜਾਂਚ ਹੋ ਰਹੀ ਹੈ ਪਰ ਹਾਲੇ ਤੱਕ ਸਿਰਫ ਕੱਪੜੇ ਤੇ ਜੁੱਤੀਆਂ ਮਿਲੀਆਂ ਨੇ। ਹੁਣ ਉਹ ਕੱਪੜੇ ਤੇ ਜੁੱਤੀਆਂ ਨੂੰ ਵੇਖਿਆ ਜਾ ਰਿਹਾ ਕਿ ਕਿੱਥੋਂ ਖਰੀਦੇ ਨੇ, ਜੇਕਰ ਕੋਈ ਟੈਗ ਮਿਲਿਆ, ਪਰ ਹਾਲੇ ਹੋਰ ਕੋਈ ਸੂਹ ਮਿਲ ਨਹੀਂ ਸਕੀ। ਉਮੀਦ ਕਰ ਰਿਹਾ ਕਿ ਤੁਹਾਨੂੰ ਆਪਣਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ।
ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾਖਾ।